ਕਾਤਲ ਹੈ ਜੀ ਜੀ ਉਹਦਾ ਕੀ ਨਾਮ? ਉਹਦਾ ਨਾਮ ਹੈ ਹਸਨ। ਇਹ ਕੁਵੈਤ ਰਹਿੰਦਾ ਸੀ ਤੇ ਇੱਕ ਹਫਤਾ ਪਹਿਲੇ ਜਾਂ 3-4 ਦਿਨ ਹੀ ਆਇਆ ਬਕੌਲ ਉਹਦੇ। ਇਹ ਪਤਾ ਲੱਗਾ। बिस्मिल्लाहिर्रहमानिर्रहीम अस्सलाम वालेकुम व रहमतुल्लाहि व बरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ ਦੇ ਵਿੱਚ ਰੱਖੇ। ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਹੀ ਦੁਖੀਆ ਵਾਕਿਆ ਜਿਹੜਾ ਮੰਡੀ ਬਹਾਵਲਦੀਨ ਦੀ ਤਹਿਸੀਲ ਫਾਲੀਆਂ ਦੇ ਇਲਾਕੇ ਦੇ ਵਿੱਚ ਪੇਸ਼ ਆਇਆ ਕਿ 24 ਜੁਲਾਈ ਨੂੰ ਇੱਕ ਬੱਚਾ ਜਿਹੜਾ ਕੁਵੈਤ ਗਿਆ ਹੁੰਦਾ, ਉਹ ਕੁਵੈਤ ਤੋਂ ਅਚਾਨਕ ਘਰ ਵਾਪਸ ਆ ਜਾਂਦਾ। ਜਿਸ ਵੇਲੇ 5 ਸਾਲ ਬਾਅਦ ਅਚਾਨਕ ਘਰ ਆਵੇ ਤੇ ਘਰ ਦੇ ਜਿਹੜੇ ਨੇ ਹੈਰਾਨ ਹੋ ਜਾਂਦੇ ਨੇ ਔਰ ਫਿਰ ਖੁਸ਼ੀ ਵੀ ਬੜੀ ਹੁੰਦੀ ਆ ਕਿ ਉਹਨੇ ਸਰਪ੍ਰਾਈਜ਼ ਦਿੱਤਾ, ਅਚਾਨਕ ਆਇਆ। ਤੇ ਫਿਰ 28 ਜੁਲਾਈ ਨੂੰ ਸਵੇਰ 9 ਵਜੇ ਉੱਠ ਕੇ ਤੇ ਬੰਦੂਕ ਚੁੱਕਦਾ ਤੇ ਆਪਣੇ 75 ਸਾਲਾ ਵਾਲਦ ਨੂੰ ਪਹਿਲੀ ਗੋਲੀ ਮਾਰਦਾ ਔਰ ਦੂਸਰੀ ਗੋਲੀ ਆਪਣੀ ਅੰਮੀ ਨੂੰ ਜਿਹਦੀ ਉਮਰ 70 ਸਾਲ ਹੁੰਦੀ ਆ ਔਰ ਤੀਸਰੀ ਗੋਲੀ ਆਪਣੀ ਬੀਵੀ ਨੂੰ ਜਿਹਦੀ ਉਮਰ 35 ਸਾਲ ਹੁੰਦੀ ਆ। ਉਸ ਬੰਦੇ ਨੇ ਇਹਨਾਂ ਤਿੰਨਾਂ ਨੂੰ ਕਿਉਂ ਗੋਲੀਆਂ ਮਾਰੀਆਂ? ਆਇਆ ਉਹ ਕੁਵੈਤ ਤੋਂ ਗੋਲੀਆਂ ਮਾਰਨ ਆਇਆ ਸੀ ਜਾਂ ਉਹ ਸਰਪ੍ਰਾਈਜ਼ ਦੇਣ ਆਇਆ ਸੀ? ਤੇ 4 ਦਿਨ ਘਰ ਰਿਹਾ, ਰਿਸ਼ਤੇਦਾਰਾਂ ਵੱਲੋਂ ਦਾਵਤਾਂ ਸ਼ਾਬਤਾਂ ਵੀ ਖਾਧੀਆਂ, ਫਿਰਿਆ ਟੁਰਿਆ, ਲੇਕਿਨ 28 ਜੁਲਾਈ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਤੇ ਜਿਸ ਵੇਲੇ ਗੋਲੀਆਂ ਦੀ ਆਵਾਜ਼ ਆਂਢੀ ਗੁਆਂਢੀ ਸੁਣਦੇ ਨੇ, ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ। ਪੁਲਿਸ ਮੌਕੇ ਤੇ ਪਹੁੰਚ ਜਾਂਦੀ ਆ। ਪਹੁੰਚ ਕੇ ਪੁਲਿਸ ਮੌਕੇ ਤੇ ਜਿਸ ਵੇਲੇ ਹਾਲਾਤ ਵੇਖਦੀ ਆ, ਡੀਪੀਓ ਸਾਹਿਬ ਜਿਹੜੇ ਨੇ ਮੌਕੇ ਤੇ ਪਹੁੰਚ ਜਾਂਦੇ ਨੇ, ਵਸੀਮ ਰਿਆਜ਼ ਸਾਹਿਬ। ਉਸ ਤੋਂ ਇਲਾਵਾ ਇਹ ਖਬਰ ਜਦੋਂ ਆਈਜੀ ਪੰਜਾਬ ਡਾਕਟਰ ਉਸਮਾਨ ਅਨਵਰ ਸਾਹਿਬ ਕੋਲ ਜਾਂਦੀ ਆ, ਉਹਨਾਂ ਨੇ ਫੌਰੀ ਤਹਿਕੀਕਾਤ ਦਾ ਹੁਕਮ ਦੇ ਦਿੱਤਾ ਤੇ ਪੁਲਿਸ ਦੀਆਂ ਜਿਹੜੀਆਂ ਦੌੜਾਂ ਲੱਗ ਗਈਆਂ ਤੇ ਪੁਲਿਸ ਨੇ 24 ਘੰਟੇ ਦੇ ਵਿੱਚ ਫਿਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ। ਇਹ ਵਾਕਿਆ ਮੰਡੀ ਬਹਾਵਲਦੀਨ ਦੀ ਤਹਿਸੀਲ ਆ ਫਾਲੀਆਂ, ਉੱਥੇ ਦਾ ਇਹ ਵਾਕਿਆ। ਉੱਥੇ ਇੱਕ ਫੈਮਿਲੀ ਦਾ ਸਰਬਰਾਹ ਜਿਹਦਾ ਨਾਮ ਹੁੰਦਾ ਮੁਹੰਮਦ ਹੁਸੈਨ, ਉਹਦੀ ਉਮਰ ਹੁੰਦੀ ਆ 75 ਸਾਲ। ਉਹਦੀ ਬੀਵੀ ਦੀ ਉਮਰ ਹੁੰਦੀ ਆ 70 ਸਾਲ। ਉਹਦਾ ਨਾਮ ਹੁੰਦਾ ਰਸੂਲਾ ਬੀਬੀ। ਉਹਨਾਂ ਦਾ ਇੱਕੋ ਪੁੱਤਰ ਹੁੰਦਾ ਜਿਹਦਾ ਨਾਮ ਹੁੰਦਾ ਅਹਿਸਾਨੁੱਲਾ। ਉਹਦੀ ਬੀਵੀ ਦਾ ਨਾਮ ਹੁੰਦਾ ਮਾਰੀਆ। ਅੱਲਾਹ ਤਾਲਾ ਨੇ ਅਹਿਸਾਨੁੱਲਾ ਔਰ ਮਾਰੀਆ ਨੂੰ 2 ਬੱਚੇ ਦਿੱਤੇ ਸੀ, ਸ਼ਾਦੀशुदा ਸੀ। ਤੇ ਮੁਹੰਮਦ ਹੁਸੈਨ ਦੀ ਠੀਕ ਠਾਕ ਜ਼ਮੀਨ ਸੀ, ਬੜਾ ਤਾਕਤਵਰ ਇਨਸਾਨ ਸੀ। ਤਾਕਤਵਰ ਦਾ ਮਤਲਬ ਆ ਯਾਨੀ ਉਹਦੇ ਫੈਸਲੇ ਤੇ ਅਮਲ ਦਰਾਮਦ ਹੁੰਦਾ ਸੀ, ਕੋਈ ਬੰਦਾ ਵੀ ਉਹਦੇ ਫੈਸਲੇ ਨੂੰ ਚੈਲੰਜ ਨਹੀਂ ਕਰ ਸਕਦਾ ਸੀ। ਤੇ ਜ਼ਿਮੀਂਦਾਰਾ ਕਰਦਾ ਸੀ। ਅਹਿਸਾਨੁੱਲਾ ਜਿਹੜਾ ਸੀ ਉਹ ਆਪਣੇ ਅੱਬੇ ਦੇ ਨਾਲ ਜਦੋਂ ਬੜਾ ਹੋ ਗਿਆ, ਜ਼ਿਮੀਂਦਾਰਾ ਉਹਨੇ ਕਰਵਾਉਣਾ ਸ਼ੁਰੂ ਕਰਤਾ। ਅੱਬਾ ਤਾਂ ਹੁਣ 75 ਸਾਲ ਦਾ ਹੋ ਗਿਆ, ਬੈਠ ਕੇ ਜ਼ਿੰਦਗੀ ਗੁਜ਼ਾਰਦਾ ਸੀ। ਅਹਿਸਾਨੁੱਲਾ ਨੇ ਜ਼ਿਮੀਂਦਾਰਾ ਜਿਸ ਵੇਲੇ ਕਰਨਾ ਸ਼ੁਰੂ ਕਰਤਾ, ਜ਼ਿਮੀਂਦਾਰਾ ਕਰਦਾ ਰਿਹਾ। ਉਸ ਤੋਂ ਬਾਅਦ ਇੱਕ ਦਿਨ ਅਹਿਸਾਨੁੱਲਾ ਆਪਣੇ ਬਾਪ ਨੂੰ ਕਹਿੰਦਾ ਕਿ ਅੱਬਾ ਹੁਣ ਮੈਂ ਜ਼ਿਮੀਂਦਾਰਾ ਨਹੀਂ ਕਰਨਾ ਹੈਗਾ। ਉਹਨੇ ਪੁੱਛਿਆ, ਪੁੱਤ ਕਿਉਂ ਜ਼ਿਮੀਂਦਾਰਾ ਨਹੀਂ ਕਰਨਾ? ਤੇ ਖਾਵਾਂਗੇ ਕਿੱਥੋਂ? ਜੇ ਤੂੰ ਕਮਾਏਗਾ ਨਹੀਂ ਤੇ ਖਾਵਾਂਗੇ ਕਿੱਥੋਂ? ਉਹਨੇ ਕਿਹਾ ਕਿ ਅੱਬਾ ਤੈਨੂੰ ਪਤਾ ਇੱਕ ਮੇਰਾ ਦੋਸਤ ਆ ਕੁਵੈਤ ਗਏ ਆ ਤੇ ਉਹ ਬੜਾ ਅੱਛਾ ਕਮਾਉਂਦਾ ਤੇ ਬੜੀ ਜੈਸ਼ੀ ਦੀ ਜ਼ਿੰਦਗੀ ਗੁਜ਼ਾਰਦਾ। ਮੈਂ ਹੁਣ ਇਸ ਜ਼ਿਮੀਂਦਾਰੇ ਤੋਂ ਅੱਕ ਗਿਆ ਤੇ ਮੈਂ ਵੀ ਚਾਹੁੰਦਾ ਕਿ ਮੈਂ ਵੀ ਕੁਵੈਤ ਜਾਵਾਂ। ਤੇ ਪਿਓ ਕਹਿਣ ਲੱਗਾ, ਠੀਕ ਆ ਪੁੱਤਰ, ਅਗਰ ਤੂੰ ਨਹੀਂ ਜ਼ਿਮੀਂਦਾਰਾ ਕਰਨਾ, ਅਗਰ ਤੇਰਾ ਦਿਲ ਕਰਦਾ ਤੇ ਚਲੋ ਮੈਂ ਪੈਸੇ ਭਰ ਦਿੰਦਾ। ਤੇ ਖੈਰ ਉਹਦੇ ਪਿਓ ਨੇ ਮੁਹੰਮਦ ਹੁਸੈਨ ਨੇ ਨਾ ਆਪਣੇ ਪੁੱਤਰ ਅਹਿਸਾਨੁੱਲਾ ਨੂੰ ਪੈਸੇ ਦੇ ਤੇ ਉਹ ਜਿਹੜਾ ਉਹਦਾ ਦੋਸਤ ਕੁਵੈਤ ਸੀ ਜਿਹਨੇ ਕਹਿੰਦਾ ਸੀ ਉਧਰ ਵੀਜ਼ੇ ਤੇ ਪੈਸੇ ਪੂਸੇ ਭਰਤੇ। ਇਹ ਨਾ 2020 ਦੇ ਵਿੱਚ ਅੱਜ ਤੋਂ 5 ਸਾਲ ਪਹਿਲਾਂ ਅਹਿਸਾਨੁੱਲਾ ਕੁਵੈਤ ਚਲੇ ਜਾਂਦਾ, ਜਾ ਕੇ ਉੱਥੇ ਕਮਾਉਂਦਾ ਰਹਿੰਦਾ ਤੇ ਜੋ ਵੀ ਕਮਾਉਂਦਾ ਉਹ ਨਾਲ ਦੀ ਨਾਲ ਖਾਈ ਜਾਂਦਾ, ਘਰ ਬਹੁਤ ਘੱਟ ਪੈਸੇ ਭੇਜਦਾ। ਇਹਦਾ ਅੱਬਾ ਜਰਾ ਤਕੜਾ ਸੀ ਬੰਦਾ, ਘਰ ਦਾ ਸਰਕਲ ਬਿਹਤਰੀਨ ਚਲਾ ਰਿਹਾ ਸੀ। 20 ਜੁਲਾਈ ਨੂੰ ਇਹਦੀ ਬੀਵੀ ਜਿਹੜੀ ਮਾਰੀਆ, ਉਹਨੇ ਅਹਿਸਾਨੁੱਲਾ ਨੂੰ ਫੋਨ ਕੀਤਾ ਕਿ ਤੈਨੂੰ ਪਤਾ ਅੱਬੇ ਨੇ 4 ਕਨਾਲਾਂ ਜਿਹੜੀਆਂ ਜ਼ਮੀਨ ਦੀਆਂ ਬੜੀਆਂ ਤਕੜੀਆਂ ਨੇ ਉਹ ਵੇਚ ਦਿੱਤੀਆਂ। ਉਹਨੇ ਕਿਹਾ ਨਹੀਂ ਮੈਨੂੰ ਤਾਂ ਕੋਈ ਪਤਾ ਨਹੀਂ। ਉਹਨੇ ਕਿਹਾ ਕਿੰਨੇ ਦੀਆਂ ਵੇਚੀਆਂ? ਉਹਨੇ ਕਿਹਾ ਕਿ 2 ਕਰੋੜ ਦੀਆਂ ਵੇਚ ਦਿੱਤੀਆਂ ਤੇ ਜ਼ਮੀਨ ਵੀ ਉਹ ਚੰਗੀ ਸੀ। ਉਹਨੇ ਕਿਹਾ ਕਿ ਚੱਲ ਅੱਬੇ ਨਾਲ ਮੇਰੀ ਗੱਲ ਕਰਾ। ਉਹ ਜਿਸ ਵੇਲੇ ਮਾਰੀਆ ਨੇ ਕਿਹਾ, ਅੱਬਾ ਜੀ ਅਹਿਸਾਨੁੱਲਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ। ਉਹਨੇ ਕਿਹਾ ਕਰਾ। ਅਹਿਸਾਨੁੱਲਾ ਨੇ ਕਿਹਾ ਅਸਲਾਮ ਵਾਲੇਕਮ। ਉਹਨੇ ਕਿਹਾ ਵਾਲੇਕਮ ਸਲਾਮ। ਉਹਨੇ ਕਿਹਾ ਅੱਬਾ ਜੀ ਤੁਸੀਂ 4 ਕਨਾਲਾਂ ਜਿਹੜੀਆਂ ਚੰਗੀ ਫਸਲ ਦਿੰਦੀਆਂ ਸੀ ਉਹ ਵੇਚ ਦਿੱਤੀਆਂ ਤੇ ਤੁਸੀਂ ਮੇਰੇ ਨਾਲ ਵੀ ਕੋਈ ਗੱਲ ਨਹੀਂ ਕੀਤੀ, ਮਸ਼ਵਰਾ ਨਹੀਂ ਕੀਤਾ। ਉਹਨੇ ਕਿਹਾ ਪੁੱਤ ਜਿਹੜਾ ਮੈਂ ਗੱਲ ਫੈਸਲਾ ਕੀਤਾ
ਉਹ ਬੜਾ ਅੱਛਾ ਆ। ਇਹ ਜਿਹੜੀ 2 ਕਰੋੜ ਦੀ ਜ਼ਮੀਨ ਮੈਂ 4 ਕਨਾਲਾਂ ਵੇਚੀ ਹੈ, ਇਹਦੇ ਵੱਟੇ ਦੇ ਵਿੱਚ ਮੈਂ ਹੋਰ ਜ਼ਮੀਨ ਲਵਾਂਗਾ ਔਰ ਉਹ ਜਿਹੜੀ ਜ਼ਮੀਨ ਲੈਣੀ ਆ ਉਹ ਬਹੁਤ ਜ਼ਰਖੇਜ਼ ਹੈ, ਇਹਦੇ ਨਾਲ ਜ਼ਿਆਦਾ ਪੈਦਾਵਾਰ ਦੇਗੀ ਤੇ ਮੈਂ ਗਲਤ ਨਹੀਂ ਕੀਤਾ ਹੈਗਾ। ਅਹਿਸਾਨੁੱਲਾ ਨੇ ਫੌਰੀ ਫੋਨ ਫਿਰ ਬੰਦ ਕਰ ਦਿੱਤਾ। ਫਿਰ 24 ਜੁਲਾਈ ਨੂੰ 20 ਜੁਲਾਈ ਨੂੰ ਬੇਗਮ ਫੋਨ ਕਰਦੀ ਹੈ, 24 ਜੁਲਾਈ ਨੂੰ ਹਵਾਈ ਜਹਾਜ਼ ਤੇ ਬਹਿੰਦਾ, ਟਿਕਟ ਲੈਂਦਾ, ਕੁਵੈਤ ਤੋਂ ਨਿਕਲਦਾ ਪਾਕਿਸਤਾਨ ਲਈ ਤੇ ਅਚਾਨਕ ਆ ਕੇ ਘਰ ਪਹੁੰਚ ਜਾਂਦਾ। ਜਿਸ ਵੇਲੇ ਘਰ ਵਾਲਿਆਂ ਨੂੰ ਸਰਪ੍ਰਾਈਜ਼ ਦਿੰਦਾ, ਘਰ ਵਾਲੇ ਹੈਰਾਨ ਹੋ ਜਾਂਦੇ ਨੇ ਔਰ ਖੁਸ਼ ਵੀ ਹੁੰਦੇ ਨੇ ਵਾਲਿदैन ਕਿ ਚਲੋ 5 ਸਾਲ ਬਾਅਦ ਸਾਡਾ ਪੁੱਤਰ ਵਾਪਸ ਆਇਆ। 2020 ਦੇ ਵਿੱਚ ਇਹ ਕੁਵੈਤ ਗਿਆ ਸੀ ਤੇ ਉਸ ਤੋਂ ਬਾਅਦ 4 ਦਿਨ ਇਹ ਘਰ ਰਿਹਾ। ਇਹਨੇ ਰਿਸ਼ਤੇਦਾਰਾਂ ਦੇ ਦਾਵਤਾਂ ਸ਼ਬਦਾਂ ਖਾਧੀਆਂ, ਫਿਰਿਆ ਟੁਰਿਆ ਤੇ ਫਿਰ ਇਹਨੇ ਆਪਣੇ ਅੱਬੇ ਨੂੰ ਦੂਸਰੇ ਦਿਨ ਕਿਹਾ, ਅੱਬਾ ਕਿ ਜਿਹੜੀ ਤੁਸੀਂ 2 ਕਰੋੜ ਦੀ ਜ਼ਮੀਨ ਵੇਚੀ ਆ 4 ਕਨਾਲਾਂ, ਉਹਦੇ ਚੋਂ 1 ਕਰੋੜ ਮੈਨੂੰ ਦੇ ਦਿਓ ਤੇ ਮੈਂ ਹੁਣ ਜ਼ਿਮੀਂਦਾਰਾ ਨਹੀਂ ਕਰਨਾ ਹੈਗਾ ਤੇ ਨਾ ਮੈਂ ਕੁਵੈਤ ਜਾਣਾ, ਮੈਂ ਪਾਕਿਸਤਾਨ ਹੀ ਰਹਿਣਾ, ਕੋਈ ਕਾਰੋਬਾਰ ਕਰਾਂਗਾ, ਇੱਥੇ ਹੀ ਤੁਹਾਡੇ ਕੋਲ ਰਵਾਂਗਾ। ਤੇ ਕੱਲਾ ਪੁੱਤਰ ਸੀ ਤੇ ਪਿਓ ਨੇ ਕਿਹਾ ਨਹੀਂ ਪੁੱਤਰ ਇਹ ਕੰਮ ਨਹੀਂ ਹੋਏਗਾ। ਜ਼ਿਮੀਂਦਾਰ ਜਿਹੜਾ ਹਮੇਸ਼ਾ ਜ਼ਮੀਨ ਤੇ ਹੀ ਪੈਸੇ ਲਾਉਂਦਾ, ਮੈਂ ਜ਼ਮੀਨ ਹੀ ਖਰੀਦਣੀ ਆ ਤੇ ਮੈਂ ਕਾਰੋਬਾਰ ਨਹੀਂ ਕਰਨ ਦੇਣਾ। ਤੂੰ ਕੁਵੈਤੋਂ ਆਇਆ ਤੇ ਕੁਵੈਤ ਹੀ ਜਾ, ਉੱਥੇ ਜਾ ਕੇ ਕਮਾਈ ਕਰ ਹਜੇ। ਤੇ ਪੁੱਤਰ ਜਿਹੜਾ ਸਾਰੇ ਰਿਸ਼ਤੇਦਾਰਾਂ ਨੂੰ ਕਹਿੰਦਾ ਕਿ ਮੇਰੇ ਪਿਓ ਨੂੰ ਸਮਝਾਵੋ 1 ਕਰੋੜ ਰੁਪਇਆ ਦੇ ਦੇਵੇ ਤਾਂ ਕਿ ਮੈਂ ਕਾਰੋਬਾਰ ਕਰਾਂ, ਇੱਥੇ ਸੈਟਲ ਹੋ ਜਾ, ਕੁਵੈਤ ਮੇਰੇ ਜਾਣੇ ਨੂੰ ਦਿਲ ਨਹੀਂ ਕਰਦਾ, ਮੈਂ ਆਪਣੇ 20 ਬੱਚਿਆਂ ਦੇ ਮਾਪਿਓ ਦੇ ਵਿੱਚ ਹੀ ਰਵਾਂਗਾ। ਇਹ ਜਿਹੜਾ ਦਿਲ ਬਰਦਾਸ਼ਤ ਹੋ ਜਾਂਦਾ, ਰਾਤ ਨੂੰ ਸੋ ਜਾਂਦਾ। ਫਿਰ 28 ਤਰੀਕ ਨੂੰ ਜੁਲਾਈ ਦੀ ਆ ਜਿਹੜੀ ਗੁਜ਼ਰੀ ਆ, ਸਵੇਰ 9 ਵਜੇ ਜਿਸ ਵੇਲੇ ਉੱਠ ਕੇ ਤੇ ਆਪਣੇ ਬਾਹਰ ਨਿਕਲਦਾ, ਜਿਸ ਵੇਲੇ ਦੇਖਦਾ ਇਹਦੀ ਵਾਲਦਾ ਤੇ ਵਾਲਦ ਚਾਰਪਾਈ ਤੇ ਬੈਠੇ ਨੇ, ਗੱਲਾਂ ਕਰ ਰਹੇ ਨੇ। ਤੇ ਵਾਲਦ ਸਾਹਿਬ ਪੁੱਛਦਾ, ਬੇਟਾ ਤੂੰ ਕਦੋਂ ਕੁਵੈਤ ਜਾ ਰਿਹਾ ਵਾਪਸ, ਕਦੋਂ ਦੀ ਟਿਕਟ ਕਟਾਈ ਆ? ਉਹਨੇ ਕਿਹਾ ਕਿ ਅੱਬਾ ਮੈਂ ਬਾਹਰ ਕੋਈ ਨਹੀਂ ਜਾਣਾ ਹੈਗਾ, ਮੈਂ ਤੈਨੂੰ ਪਹਿਲਾਂ ਵੀ ਦੱਸਿਆ ਕਿ 1 ਕਰੋੜ ਮੈਨੂੰ ਦੇ ਦੇ, ਮੈਂ ਕੰਮ ਕਰਨਾ। ਇਸ ਤਰ੍ਹਾਂ ਬਹਿਸ ਚਲਦੀ ਗੱਲ ਬਹੁਤ ਜ਼ਿਆਦਾ ਵੱਧ ਗਈ। ਪੁੱਤਰ ਜਿਹੜਾ ਗੁੱਸੇ 'ਚ ਉੱਠਿਆ, ਉੱਠ ਕੇ ਅੰਦਰ ਗਿਆ ਤੇ ਅੰਦਰੋਂ ਬੰਦੂਕ ਫੜੀ ਤੇ ਲਿਆ ਕੇ 1 ਗੋਲੀ ਆਪਣੇ ਅੱਬੇ ਨੂੰ ਮਾਰੀ। ਜਿਸ ਵੇਲੇ ਆਪਣੇ ਪਿਓ ਨੂੰ ਗੋਲੀ ਮਾਰਨ ਲੱਗਾ ਤੇ ਮਾਂ ਨੱਸ ਕੇ ਅੱਗੇ ਆ ਗਈ ਤੇ ਉਹਨੇ ਮਾਂ ਨੂੰ ਵੀ ਮਾਰ ਦਿੱਤਾ। ਤੇ ਬੀਵੀ ਜਿਹੜੀ ਸੀ ਉਹਦੀ, ਉਹ ਕਿਚਨ ਦੇ ਵਿੱਚ ਕੰਮ ਕਰਦੀ ਸੀ ਤੇ ਬੀਵੀ ਕੋ ਗਿਆ ਤੇ ਬੀਵੀ ਨੂੰ ਵੀ ਗੋਲੀ ਮਾਰਤੀ। ਇਹਨਾਂ ਤਿੰਨਾਂ ਨੂੰ ਗੋਲੀ ਮਾਰ ਕੇ, ਹਾਲਾਂਕਿ 2 ਬੱਚੇ ਵੀ ਸੀ ਘਰ, ਉਹਨਾਂ ਨੂੰ ਕੁਝ ਨਹੀਂ ਕਿਹਾ ਆਪਣੇ ਬੱਚਿਆਂ ਨੂੰ, ਇਹਨਾਂ ਤਿੰਨਾਂ ਨੂੰ ਗੋਲੀਆਂ ਮਾਰ ਕੇ ਤੇ ਦੌੜ ਜਾਂਦਾ। ਆਂਢ ਗੁਆਂਢ ਦੇ ਵਿੱਚ ਇਸ ਵੇਲੇ ਫਾਇਰਿੰਗ ਦੀ ਆਵਾਜ਼ ਸੁਣਦੇ ਆ ਤੇ ਦੌੜ ਕੇ ਆਉਂਦੇ, ਵੇਖਦੇ ਆ ਕਿ ਵਾਲਦ ਸਾਹਿਬ ਦੀ ਲਾਸ਼ ਜਿਹੜੀ ਆ ਮੰਜੇ ਤੇ ਪਈ ਹੁੰਦੀ ਆ, ਜਿਹੜੀ ਵਾਲਦਾ ਦੀ ਆ ਉਹ ਥੱਲੇ ਤੇ ਬੀਵੀ ਦੀ ਲਾਸ਼। ਔਰ ਉਹ ਪੁਲਿਸ ਨੂੰ ਕਾਲ ਕਰਦੇ ਨੇ ਆਂਢੀ ਗੁਆਂਢੀ। ਪੁਲਿਸ ਜਿਹੜੀ ਆ ਥਾਣਾ ਭਾਗਟ ਲੱਗਦਾ ਇਸ ਨੂੰ ਤੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਆ ਤੇ ਇਸ ਗੱਲ ਦੀ ਖਬਰ ਡੀਪੀਓ ਜਿਹੜਾ ਮੰਡੀ ਬਹਾਵਲਦੀਨ ਦਾ ਵਸੀਮ ਰਿਆਜ਼ ਸਾਹਿਬ, ਉਹਦੇ ਤੱਕ ਵੀ ਪਹੁੰਚ ਜਾਂਦੀ। ਉਹ ਸਾਰੇ ਮੌਕੇ ਤੇ ਪਹੁੰਚ ਜਾਂਦੇ ਨੇ। ਪਹੁੰਚ ਕੇ ਤੇ ਤਹਿਕੀਕਾਤ ਦਾ ਆਗਾਜ਼ ਕਰਦੇ ਨੇ। ਹੁਣ ਤਹਿਕੀਕਾਤ ਕਿਹਦੇ ਕੋਲੋਂ ਕਰਨ? ਨਾ ਤਾਂ ਅਹਿਸਾਨੁੱਲਾ ਦਾ ਕੋਈ ਭਾਈ ਸੀ, ਨਾ ਭੈਣ ਸੀ, ਬੱਚੇ ਵੀ ਛੋਟੇ ਸੀ, ਵਾਲਿदैन ਤੇ ਬੀਵੀ ਉਹਨਾਂ ਨੂੰ ਉਹਨੇ ਗੋਲੀ ਮਾਰ ਦਿੱਤੀ ਸੀ। ਤੇ ਫਿਰ ਪੁਲਿਸ ਜਿਹੜੀ ਆ ਇੱਕ FIR ਦਰਜ ਕਰਦੀ ਆ ਔਰ ਖੁਦ ਇਸ ਕੇਸ ਦੀ ਮੁਦਈ ਬਣਦੀ ਆ। ਔਰ ਫਿਰ IG ਪੰਜਾਬ ਦੇ ਕਹਿਣ ਦੇ ਉੱਤੇ, ਡਾਕਟਰ ਉਸਮਾਨ ਅਨਵਰ ਦੇ ਕਹਿਣ ਦੇ ਉੱਤੇ ਮੁਲਜ਼ਮ ਨੂੰ 24 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਹੁਣ ਅਹਿਸਾਨੁੱਲਾ ਜਿਹੜਾ ਸਾਰੀ ਉਮਰ ਸਲਾਖਾਂ ਦੇ ਪਿੱਛੇ ਆਪਣੀ ਜ਼ਿੰਦਗੀ ਗੁਜ਼ਾਰੇਗਾ। ਹੋ ਸਕਦਾ ਛੁੱਟ ਵੀ ਜਾਵੇ ਕਿਉਂਕਿ ਮੁਦਈ ਕੋਈ ਨਹੀਂ ਬਣਿਆ, ਰਿਆਸਤ ਖੁਦ ਮੁਦਈ ਬਣੀ ਆ। ਲੇਕਿਨ ਗੱਲ ਇਹ ਆ 3 ਕਤਲ ਕੀਤੇ ਨੇ ਤੇ ਮੁਕਾਫਾ ਤੇ ਅਮਲ ਆ। ਅੱਜ ਉਹਨੇ ਆਪਣੇ ਪਿਓ ਨੂੰ ਮਾਰਿਆ ਇਸ ਲਾਲਚ ਦੀ ਖਾਤਰ ਤੇ ਕੱਲ ਨੂੰ ਜਦੋਂ ਇਹਦਾ ਬੇਟਾ ਜਵਾਨ ਹੋਇਆ ਹੋ ਸਕਦਾ ਇਹਨੂੰ ਵੀ ਮਾਰਦਾ। ਤੇ ਇਹ ਤਾਂ ਮੁਕਾਫਾ ਤੇ ਅਮਲ ਹੈ ਨਾ, ਜੈਸਾ ਕਰੋਗੇ ਵੈਸਾ ਭਰੋਗੇ। ਤੇ ਅਗਰ ਇਹ ਆਪਣੇ ਵਾਲਿदैन ਦੀ ਇੱਜ਼ਤ ਕਰਦਾ, ਉਹਨੂੰ ਤੰਗ ਨਾ ਕਰਦਾ, ਉਹਨੂੰ ਮਾਰਦਾ ਨਾ, ਤੇ ਹੋ ਸਕਦਾ ਇੱਥੋਂ ਤੱਕ ਇਹ ਨੌਬਤ ਨਾ ਜਾਂਦੀ। ਲੇਕਿਨ ਹੁਣ ਸਾਰੀ ਉਮਰ ਜੇਲ੍ਹ ਦੇ ਪਿੱਛੇ, ਸਲਾਖਾਂ ਦੇ ਪਿੱਛੇ ਆਪਣੀ ਜ਼ਿੰਦਗੀ ਗੁਜ਼ਾਰੇਗਾ। ਇਹ ਸੀ ਅੱਜ ਦਾ ਵਲੌਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ, ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। ਅਸਲਾਮੁ ਅਲੈਕੁਮ व रहमतुल्लाहि व बरकातहू।